ਇਤਿਹਾਸ ਦੀਆਂ ਕਿਤਾਬਾਂ 'ਚ ਨਾ ਜ਼ਿਆਦਾਤਰ ਬੇਰਹਿਮ ਰਾਜਿਆਂ ਦੇ ਕਿੱਸੇ ਹੀ ਮਿਲਦੇ ਨੇ, ਪਰ ਕਦੀ ਸੋਚਿਆ ਹੈ ਕਿ ਕੀ ਹੋਵੇ ਜੇ ਕਿਸੇ ਸੁਲਤਾਨ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਰਹਿਮਦਿਲ ਹੋਣਾ ਹੀ ਉਸ ਦੀ ਮੌਤ ਦਾ ਸਬਬ ਬਣ ਜਾਵੇ? ਬਿਲਕੁਲ। ਅੱਜ ਆਪਾਂ ਗੱਲ ਕਰਾਂਗੇ ਦਿੱਲੀ ਸਲਤਨਤ ਦੇ ਇੱਕ ਅਜਿਹੇ ਹੀ ਸੁਲਤਾਨ ਜਲਾਲੁਦੀਨ ਖਿਲਜੀ ਦੀ, ਜਿਸ ਦੀ ਦੁਖਦਾਈ ਕਹਾਣੀ ਸੁਣ ਕੇ ਹੈਰਾਨੀ ਹੁੰਦੀ ਹੈ। ਪਰ ਇਸ ਕਹਾਣੀ 'ਚ ਅੱਗੇ ਵਧਣ ਤੋਂ ਪਹਿਲਾਂ ਇੱਕ ਸਵਾਲ ਤੇ ਰੁਕਦੇ ਹਾਂ ਕਿ ਕੋਈ ਰਾਜਾ ਆਪਣੀ ਪ੍ਰਜਾ ਜਾਂ ਆਪਣੇ ਦੁਸ਼ਮਣਾਂ ਲਈ ਲੋੜ ਤੋਂ ਵੱਧ ਦਿਆਲੂ ਹੋ ਸਕਦਾ ਹੈ? ਕੀ ਦਇਆ ਵੀ ਇੱਕ ਹੱਦ ਤੋਂ ਬਾਅਦ ਖਤਰਨਾਕ ਹੋ ਸਕਦੀ ਹੈ? ਪੂਰੀ ਦੀ ਪੂਰੀ ਕਹਾਣੀ ਜਲਾਲੁਦੀਨ ਦੀ ਜ਼ਿੰਦਗੀ ਬਸ ਇਸ ਇੱਕ ਸਵਾਲ ਦੇ ਆਲੇ-ਦੁਆਲੇ ਘੁੰਮਦੀ ਹੈ। ਤਾਂ ਫਿਰ ਜਲਾਲੁਦੀਨ ਦੀ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ? ਇਹ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਪੂਰਾ ਯੁੱਗ ਖਤਮ ਹੋ ਰਿਹਾ ਸੀ। ਸੋਚੋ, ਇੱਕ ਬਜ਼ੁਰਗ ਬਾਦਸ਼ਾਹ ਇੱਕ ਨਵੇਂ ਖਾਨਦਾਨ ਦੀ ਨੀਂਹ ਰੱਖ ਰਿਹਾ ਹੈ, ਉਹ ਵੀ ਉਸ ਵੇਲੇ ਜਦੋਂ ਕਿਸੇ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਸਾਲ ਸੀ 1290। ਦਿੱਲੀ ਸਲਤਨਤ ਤੇ ਗੁਲਾਮ ਵੰਸ਼ ਦਾ ਸੂਰਜ ਹੁਣ ਡੁੱਬਣ ਕਿਨਾਰੇ ਸੀ। ਹਰ ਪਾਸੇ ਸੱਤਾ ਦਾ ਖਾਲੀਪਣ, ਤੇ ਇਸੇ ਖਾਲੀਪਣ ਵਿੱਚੋਂ ਇੱਕ ਨਵਾਂ ਨਾਂ ਸਾਹਮਣੇ ਆਇਆ, ਜਲਾਲੁਦੀਨ। ਉਸਨੇ ਖਿਲਜੀ ਵੰਸ਼ ਦੀ ਸ਼ੁਰੂਆਤ ਕੀਤੀ ਅਤੇ ਸਿੱਧਾ ਦਿੱਲੀ ਦੇ ਤਖ਼ਤ ਤੇ ਆਪਣਾ ਹੱਕ ਜਮਾਇਆ। ਪਰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਪਤਾ ਕੀ ਸੀ? ਉਸ ਦੀ ਉਮਰ 70 ਸਾਲ। ਹਾਂਜੀ, 70 ਸਾਲ। ਇਹ ਉਹ ਉਮਰ ਹੁੰਦੀ ਹੈ ਜਦੋਂ ਰਾਜੇ ਮਹਾਰਾਜੇ ਸਭ ਕੁਝ ਛੱਡ-ਛਡਾ ਕੇ ਆਰਾਮ ਕਰਦੇ ਨੇ, ਤੇ ਇਸ ਉਮਰ 'ਚ ਜਲਾਲੁਦੀਨ ਦਿੱਲੀ ਦੇ ਤਖ਼ਤ ਤੇ ਬੈਠ ਰਿਹਾ ਸੀ। ਜ਼ਰਾ ਸੋਚ ਕੇ ਦੇਖੋ, 70 ਸਾਲ ਦੀ ਉਮਰ 'ਚ ਤਾਜਪੋਸ਼ੀ ਹੋ ਰਹੀ ਹੈ। ਉਹ ਦਿੱਲੀ ਸਲਤਨਤ ਦੇ ਇਤਿਹਾਸ ਦਾ ਸਭ ਤੋਂ ਬਜ਼ੁਰਗ ਸੁਲਤਾਨ ਸੀ। ਤੇ ਸ਼ਾਇਦ ਯਹੀ ਵੱਡੀ ਉਮਰ ਤੇ ਤਜਰਬਾ ਸੀ ਜਿਸ ਕਰਕੇ ਉਸ ਦਾ ਰਾਜ ਕਰਨ ਦਾ ਤਰੀਕਾ ਬਾਕੀਆਂ ਨਾਲੋਂ ਬਿਲਕੁਲ ਵੱਖਰਾ ਸੀ। ਤਾਂ ਸਵਾਲ ਇਹ ਹੈ ਕਿ ਇੱਕ ਇੰਨਾ ਬਜ਼ੁਰਗ ਸੁਲਤਾਨ ਰਾਜ ਕਿਵੇਂ ਕਰਦਾ ਹੋਵੇਗਾ? ਕੀ ਤਲਵਾਰ ਦੇ ਜ਼ੋਰ ਤੇ? ਨਹੀਂ, ਬਲਕਿ ਸ਼ਾਂਤੀ ਨਾਲ। ਜਲਾਲੁਦੀਨ ਨੇ ਇੱਕ ਅਜਿਹੀ ਪਾਲਿਸੀ ਅਪਣਾਈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ, ਜਿਸ ਨੂੰ ਕਿਹਾ ਜਾਂਦਾ ਹੈ ਸ਼ਾਂਤੀ ਦੀ ਨੀਤੀ। ਉਸ ਦਾ ਫਲਸਫਾ ਬੜਾ ਸਿੱਧਾ ਸੀ। ਉਹ ਮੰਨਦਾ ਸੀ ਕਿ ਜ਼ੁਲਮ ਕਰਕੇ ਜਾਂ ਫਾਲਤੂ ਦੀਆਂ ਜੰਗਾਂ ਲੜ ਕੇ ਰਾਜ ਨਹੀਂ ਚੱਲਦਾ। ਅਸਲ ਰਾਜ ਦਾ ਰਹਿਮ, ਮਾਫੀ ਤੇ ਸ਼ਾਂਤੀ ਨਾਲ ਹੁੰਦਾ ਹੈ। ਹੁਣ ਸੋਚੋ, ਉਸ ਜ਼ਮਾਨੇ 'ਚ ਜਿੱਥੇ ਤਲਵਾਰ ਹੀ ਸਭ ਕੁਝ ਸੀ, ਇਹ ਸੋਚ ਕਿੰਨੀ ਵੱਖਰੀ ਤੇ ਨਵੀਂ ਹੋਵੇਗੀ। ਤੇ ਇਹ ਸਿਰਫ ਖਿਆਲੀ ਗੱਲਾਂ ਨਹੀਂ ਸਨ, ਉਸਨੇ ਸੱਚਮੁੱਚ ਇਹ ਕਰਕੇ ਦਿਖਾਇਆ। ਜਿਹੜੇ ਸਖਤ ਟੈਕਸ ਲੋਕਾਂ ਦਾ ਲੱਕ ਤੋੜ ਰਹੇ ਸੀ, ਉਹ ਖਤਮ ਕਰ ਦਿੱਤੇ। ਬਿਨਾਂ ਗੱਲ ਤੋਂ ਜੰਗਾਂ ਲੜਨੀਆਂ ਬੰਦ ਕਰ ਦਿੱਤੀਆਂ। ਤੇ ਸਭ ਤੋਂ ਵੱਡੀ ਗੱਲ, ਉਸਨੇ ਤਾਂ ਉਨ੍ਹਾਂ ਬਾਗੀਆਂ ਨੂੰ ਵੀ ਮਾਫ ਕਰ ਦਿੱਤਾ ਜਿਹੜੇ ਉਸਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਸੀ। ਭਲਾ ਦੱਸੋ, ਕੋਈ ਰਾਜਾ ਕਰਦਾ ਹੈ ਏਦਾਂ? ਪਰ ਕਹਿੰਦੇ ਨੇ ਨਾ, ਜਿੱਥੇ ਰੌਸ਼ਨੀ ਹੁੰਦੀ ਹੈ ਉੱਥੇ ਪਰਛਾਵਾਂ ਵੀ ਹੁੰਦਾ ਹੈ। ਜਲਾਲੁਦੀਨ ਦੇ ਦਰਬਾਰ 'ਚ ਵੀ ਇੱਕ ਪਰਛਾਵਾਂ ਹੌਲੀ-ਹੌਲੀ ਵੱਡਾ ਹੋ ਰਿਹਾ ਸੀ, ਤੇ ਇਹ ਪਰਛਾਵਾਂ ਸੀ ਬੇਲਗਾਮ ਲਾਲਚ ਦਾ, ਜਿਹੜਾ ਸਿੱਧਾ ਜਲਾਲੁਦੀਨ ਦੀ ਇਸੇ ਦਇਆ ਨੂੰ ਚੁਣੌਤੀ ਦੇ ਰਿਹਾ ਸੀ। ਉਸ ਦਾ ਰਾਜ ਬਹੁਤਾ ਲੰਮਾ ਨਹੀਂ ਚੱਲਿਆ, ਸਿਰਫ 6 ਸਾਲ। ਦੇਖੋ ਕਿਵੇਂ। 1290 'ਚ ਤਖ਼ਤ ਤੇ ਬੈਠਾ, 1292 'ਚ ਮੰਗੋਲਾਂ ਦਾ ਹਮਲਾ ਹੋਇਆ, ਜਿਸ ਤੋਂ ਬਾਅਦ ਸਿਰੀ ਦਾ ਕਿਲਾ ਬਣਵਾਉਣਾ ਪਿਆ, ਤੇ 1296 'ਚ ਉਸਦਾ ਬੇਰਹਿਮੀ ਨਾਲ ਕਤਲ ਹੋ ਗਿਆ। ਬਸ ਇੰਨੀ ਕੋਈ ਕਹਾਣੀ ਸੀ। ਅਤੇ ਉਸਦੀ ਸਭ ਤੋਂ ਵੱਡੀ ਤਾਕਤ, ਉਸਦੀ ਦਇਆ, ਉਹੀ ਉਸਦੀ ਸਭ ਤੋਂ ਵੱਡੀ ਗਲਤੀ ਸਾਬਿਤ ਹੋਈ। ਉਸਨੇ ਕਈਆਂ ਨੂੰ ਮਾਫ ਕੀਤਾ, ਪਰ ਉਹਨਾਂ 'ਚ ਇੱਕ ਇਹੋ ਜਿਹਾ ਸ਼ਖਸ ਸੀ ਜਿਸ ਨੂੰ ਮਾਫ ਕਰਨਾ ਸਮਝੋ ਮੌਤ ਨੂੰ ਘਰ ਬੁਲਾਉਣ ਦੇ ਬਰਾਬਰ ਸੀ। ਤੇ ਉਹ ਸੀ ਉਸਦਾ ਆਪਣਾ ਭਤੀਜਾ ਅਤੇ ਜਵਾਈ ਅਲਾਉਦੀਨ ਖਿਲਜੀ। ਤੇ ਇੱਥੋਂ ਹੀ ਕਹਾਣੀ ਆਪਣੇ ਸਭ ਤੋਂ ਦੁਖਦਾਈ ਮੋੜ ਤੇ ਪਹੁੰਚਦੀ ਹੈ। ਇਹ ਕਹਾਣੀ ਹੈ ਇੱਕ ਵੱਡੇ ਧੋਖੇ ਦੀ, ਇੱਕ ਅਜਿਹੇ ਭਰੋਸੇ ਦੀ ਜਿਸ ਨੂੰ ਬੇਰਹਿਮੀ ਨਾਲ ਤੋੜਿਆ ਗਿਆ। ਜ਼ਰਾ ਦ੍ਰਿਸ਼ ਦੇਖੋ। ਇੱਕ ਪਾਸੇ ਹੈ ਸੁਲਤਾਨ ਜਲਾਲੁਦੀਨ, ਜਿਹੜਾ ਕੜਾ 'ਚ ਜਿੱਤ ਦੇ ਜਸ਼ਨ ਲਈ ਮਿਲੇ ਸੱਦੇ ਨੂੰ ਪਰਿਵਾਰ ਦਾ ਪਿਆਰ ਤੇ ਵਫਾਦਾਰੀ ਸਮਝ ਰਿਹਾ ਹੈ, ਤੇ ਦੂਜੇ ਪਾਸੇ ਅਲਾਉਦੀਨ, ਜਿਸਨੇ ਇਹ ਸਾਰਾ ਜਸ਼ਨ ਦਾ ਡਰਾਮਾ ਸਿਰਫ ਸੁਲਤਾਨ ਨੂੰ ਮਾਰਨ ਲਈ ਰਚਿਆ ਸੀ, ਤਾਂ ਕਿ ਉਹ ਖੁਦ ਦਿੱਲੀ ਦਾ ਤਖ਼ਤ ਹਾਸਲ ਕਰ ਸਕੇ। ਅਤੇ ਹੋਇਆ ਵੀ ਉਹੀ। 1296 ਵਿੱਚ ਉਸ ਭਰੋਸਾ ਕਰਨ ਵਾਲੇ ਸੁਲਤਾਨ ਨੂੰ ਇੱਕ ਝੂਠੇ ਜਸ਼ਨ ਦੇ ਬਹਾਨੇ ਬੁਲਾ ਕੇ ਕਤਲ ਕਰ ਦਿੱਤਾ ਗਿਆ। ਉਸਦੀ ਦਇਆ ਦਾ, ਉਸਦੇ ਭਰੋਸੇ ਦਾ ਅੰਤ ਬਹੁਤ ਹੀ ਭਿਆਨਕ ਸੀ। ਤਾਂ ਫਿਰ ਸਵਾਲ ਉੱਠਦਾ ਹੈ ਕਿ ਇਤਿਹਾਸ ਇਸ ਨਰਮ ਦਿਲ ਸੁਲਤਾਨ ਨੂੰ ਕਿਵੇਂ ਯਾਦ ਰੱਖਦਾ ਹੈ? ਕਿ ਉਸਦੀ ਵਿਰਾਸਤ ਨੂੰ ਦਇਆ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਾਂ ਇੱਕ ਵੱਡੀ ਕਮਜ਼ੋਰੀ ਦੀ? ਜੇ ਆਪਾਂ ਉਸ ਦੇ ਛੋਟੇ ਜਿਹੇ 6 ਸਾਲਾਂ ਦੇ ਰਾਜ ਤੇ ਇੱਕ ਨਜ਼ਰ ਮਾਰੀਏ ਤਾਂ ਸਾਰੀ ਤਸਵੀਰ ਸਾਫ਼ ਹੋ ਜਾਂਦੀ ਹੈ। ਖਿਲਜੀ ਵੰਸ਼ ਦਾ ਬਾਨੀ, 70 ਸਾਲ ਦੀ ਉਮਰ 'ਚ ਤਖ਼ਤ ਤੇ ਬੈਠਾ, ਆਪਣੀ ਨਰਮ ਅਤੇ ਸ਼ਾਂਤੀ ਵਾਲੀ ਨੀਤੀ ਲਈ
ਮਸ਼ਹੂਰ ਹੋਇਆ ਤੇ ਅਖੀਰ 'ਚ ਆਪਣੇ ਹੀ ਭਤੀਜੇ ਹੱਥੋਂ ਧੋਖੇ ਨਾਲ ਮਾਰਿਆ ਗਿਆ। ਇੱਕ ਦੁਖਦਾਈ ਪਰ ਬਿਲਕੁਲ ਸਾਫ਼ ਕਹਾਣੀ। ਤੇ ਅਖੀਰ ਵਿੱਚ ਆਪਾਂ ਉਸੇ ਸਵਾਲ ਤੇ ਵਾਪਸ ਆ ਜਾਂਦੇ ਹਾਂ ਜਿੱਥੋਂ ਇਹ ਸਾਰੀ ਗੱਲ ਸ਼ੁਰੂ ਹੋਈ ਸੀ। ਜਲਾਲੁਦੀਨ ਦੀ ਦਇਆ, ਕੀ ਉਹ ਇੱਕ ਮਹਾਨ ਤਾਕਤ ਸੀ ਜਾਂ ਇੱਕ ਜਾਨਲੇਵਾ ਕਮਜ਼ੋਰੀ? ਇਸ ਸਵਾਲ ਦਾ ਜਵਾਬ ਸ਼ਾਇਦ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਲਈ ਇੱਕ ਬੁਝਾਰਤ ਬਣ ਕੇ ਰਹਿ ਗਿਆ ਹੈ।